ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਸਵਰਨ ਸਿੰਘ ਟੈਣਾ। ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ। ਪਿਛਲੇ 24 ਘੰਟਿਆਂ ਦੇ ਵਿੱਚ ਪੰਜਾਬ ਦੇ ਵਿੱਚ ਕੁਝ ਥਾਵਾਂ ਦੇ ਉੱਤੇ ਮੀਂਹ ਪਿਆ। ਸਮਾਣੇ ਤੇ ਪਟਿਆਲੇ ਦੇ ਕੁਝ ਖੇਤਰਾਂ ਦੇ ਵਿੱਚ ਮੀਂਹ ਵੀ ਪਿਆ ਤੇ ਮੀਂਹ ਤੋਂ ਵੱਧ ਗੜੇ ਪਏ ਆ, ਜਿਹਦੇ ਕਰਕੇ ਫਸਲਾਂ ਕਾਫੀ ਪ੍ਰਭਾਵਿਤ ਹੋਈਆਂ। ਕਿਸਾਨਾਂ ਨੇ ਮੰਗ ਕੀਤੀ ਹੈ ਸਰਕਾਰ ਦੇ ਕੋਲੋਂ ਕਿ ਇੱਥੇ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਤੇ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ। ਅਸੀਂ ਚਾਹੁੰਦੇ ਹਾਂ ਕਿ ਜਿਹੜੇ ਪ੍ਰਭਾਵਿਤ ਹੋਏ ਕਿਸਾਨ ਆ, ਜਿਨ੍ਹਾਂ ਦੀ ਫਸਲ ਬਰਬਾਦ ਹੋਈ ਹੈ ਜਾਂ ਜਿਨ੍ਹਾਂ ਨੂੰ ਇਸ ਗੱਲ ਦਾ ਡਰ ਆ ਕਿ ਝਾੜ ਘਟ ਸਕਦਾ ਕਣਕ ਦਾ, ਉਹਨਾਂ ਨੂੰ ਸਰਕਾਰ ਮਦਦ ਦੇਵੇ। ਪਰ ਜਦੋਂ ਮੈਂ ਪਛਾਣ ਦੇ ਵੱਲ ਝਾਤ ਮਾਰਦਾ, ਆਪਾਂ ਜਾਣਦੇ ਪੰਜਾਬ ਦੇ ਵਿੱਚ ਹੜ੍ਹ ਆਏ ਸੀ ਕੁਝ ਕੁ ਸਮਾਂ ਪਹਿਲਾਂ। ਕੀ ਉਹਨਾਂ ਹੜ੍ਹ ਪੀੜਤ ਕਿਸਾਨਾਂ ਨੂੰ ਕੁਝ ਮਿਲਿਆ? ਇਹਦੇ ਬਾਬਤ ਜ਼ਰੂਰ ਸਵਾਲ ਚੁੱਕਣਾ ਚਾਹੀਦਾ, ਕਿਉਂਕਿ ਸਵਾਲ ਚੁੱਕਣ ਵਾਲਾ ਕੋਈ ਦਿਸਦਾ ਨਹੀਂ ਹਾਲ ਦੀ ਘੜੀ। ਉਸ ਤੋਂ ਅਗਲੀ ਗੱਲ ਇਹ ਹੈ ਕਿ ਸਿੰਘੂ ਤੇ ਟਿੱਕਰੀ ਬਾਰਡਰ ਦੇ ਉੱਤੇ ਕਿਸਾਨਾਂ ਦੇ ਹੌਸਲੇ ਬੁਲੰਦ ਹੈ, ਪਰ ਟਿੱਕਰੀ ਬਾਰਡਰ ਦੇ ਉੱਤੇ ਮੀਂਹ ਦੇ ਕਰਕੇ ਕਈ ਕਿਸਾਨਾਂ ਦੇ ਤੰਬੂ ਉੱਡ ਗਏ, ਕਈਆਂ ਦੀ ਉੱਥੇ ਤਰਪਾਲਾਂ ਜਿਹੜੀਆਂ ਉਹ ਖਰਾਬ ਹੋ ਗਈਆਂ। ਉੱਥੇ ਇੱਕ ਵਾਰ ਫਿਰ ਤੋਂ ਕਿਸਾਨ ਆ ਜਿਹੜੇ ਉਹ ਡਟ ਕੇ ਆਪਣੀਆਂ ਮੁਕੰਮਲ ਤਿਆਰੀਆਂ ਕਰ ਚੁੱਕੇ ਆ। ਸੋ ਮੌਸਮ ਵਿਭਾਗ ਨੇ ਇਹ ਗੱਲ ਕਹੀ ਹੈ ਕਿ ਆਉਂਦੇ 72 ਘੰਟਿਆਂ ਦੇ ਵਿੱਚ ਪੰਜਾਬ ਦੇ ਅੰਦਰ ਮੌਸਮ ਦੇ ਵਿੱਚ ਇੱਕ ਵਾਰ ਫਿਰ ਤਬਦੀਲੀ ਆ ਸਕਦੀ ਹੈ। ਪਰ ਲੰਘੇ ਕੱਲ੍ਹ ਦਿਨ ਦੇ ਵੇਲੇ ਪੰਜਾਬ ਦੇ ਵਿੱਚ ਵਾਹਵਾ ਗਰਮੀ ਸੀ, ਲਗਭਗ 30 ਡਿਗਰੀ ਤੱਕ ਟੈਂਪਰੇਚਰ ਪਹੁੰਚ ਗਿਆ। ਹੁਣ ਜੇਕਰ ਪਹਿਲੀ ਵੱਡੀ ਖਬਰ ਦੇ ਵੱਲ ਜਾਂਦੇ ਆ ਤਾਂ ਉਹ ਹੈ ਇਸ ਵਕਤ ਬੀਜੇਪੀ ਤੇ ਜਨ ਨਾਇਕ ਜਨਤਾ ਪਾਰਟੀ ਦੇ ਹਰਿਆਣੇ ਦੇ ਵਿਧਾਇਕਾਂ ਦੀ ਵਧੀ ਹੋਈ ਮੁਸ਼ਕਲ ਦੇ ਨਾਲ ਸੰਬੰਧਿਤ। ਕਿਉਂਕਿ ਆਪਾਂ ਜਾਣਦੇ ਸਾਰੇ ਕਿ ਇਸ ਵਕਤ ਜੋ ਭਰੋਸੇ ਦੀ ਵੋਟ ਆ ਉਹ ਖੱਟੜ ਸਰਕਾਰ ਦੇ ਪੱਖ ਦੇ ਵਿੱਚ ਗਈ ਹੈ। ਪਰਸੋਂ ਆਪਾਂ ਜਾਣਦੇ ਹਾਂ ਕਿ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਖੱਟੜ ਸਰਕਾਰ ਰਿਸਕ ਦੇ ਵਿੱਚੋਂ, ਖਤਰੇ ਦੇ ਵਿੱਚੋਂ ਬਾਹਰ ਆ ਗਈ ਹੈ। 55 ਵੋਟਾਂ ਉਹਨਾਂ ਦੇ ਹੱਕ ਦੇ ਵਿੱਚ ਪਈਆਂ ਤੇ 32 ਦੇ ਕਰੀਬ ਵੋਟਾਂ ਜਿਹੜੀਆਂ ਉਹ ਸਰਕਾਰ ਦੇ ਖਿਲਾਫ ਪਈਆਂ। ਪਰ ਖੱਟੜ ਹੋਰੀ ਬਾਗੋ ਬਾਗ ਆ, ਉਹ ਕਹਿੰਦੇ ਵੀ ਆਪਾਂ ਇਉਂ ਕਰਦੇ ਹੁੰਨੇ ਆ, ਆਪਾਂ ਕਰਕੇ ਦਿਖਾਤਾ। ਪਰ ਉਸ ਤੋਂ ਬਾਅਦ ਪਤਾ ਲੱਗਾ ਜੀ ਕਿ ਜਿਹੜੇ ਬੀਜੇਪੀ ਦੇ ਜਾਂ ਜਨ ਨਾਇਕ ਜਨਤਾ ਪਾਰਟੀ ਦੇ ਵਿਧਾਇਕ ਆ, ਉਹਨਾਂ ਨੂੰ ਸਬਕ ਸਿਖਾਉਣ ਦੇ ਲਈ ਜੀਂਦ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਕਿਸਾਨ ਇਕੱਤਰ ਹੋਏ ਆ। ਉੱਥੋਂ ਦੀਆਂ ਖਾਪ ਪੰਚਾਇਤਾਂ ਨੇ, ਕਈ ਕਿਸਾਨ ਜਥੇਬੰਦੀਆਂ ਨੇ ਐਲਾਨ ਕੀਤਾ ਵੀ ਅਸੀਂ ਹੁਣ ਡਾਂਗਾਂ ਨੂੰ ਤੇਲ ਲਾ ਲਿਆ, ਅਸੀਂ ਚੋਪੜ ਕੇ ਡਾਂਗਾਂ ਰੱਖ ਲਈਆਂ। ਜੇਕਰ ਸਾਡੇ ਪਿੰਡਾਂ ਦੇ ਵਿੱਚ ਫਲਾਣੇ ਵਿਧਾਇਕ ਵੜੇ ਤਾਂ ਫਿਰ ਅਸੀਂ ਮੌਰ ਸੇਕ ਦੇਣੀ ਆ। ਉਹਨਾਂ ਦੇ ਵੱਲੋਂ ਇਹ ਵੀ ਗੱਲ ਕਹੀ ਗਈ ਹੈ ਕਿ ਅਸੀਂ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਵੋਟ ਮੰਗੀ ਸੀ ਕਿ ਸਾਨੂੰ ਵੀ ਵੋਟ ਪਾਓ, ਅਸੀਂ ਤਾਂ ਤੁਹਾਨੂੰ ਹੁਣ ਤੱਕ ਪਾਉਂਦੇ ਹੀ ਰਹੇ ਹਾਂ, ਪਰ ਇਹਨਾਂ ਵਿਧਾਇਕਾਂ ਨੂੰ ਕੁਰਸੀਆਂ ਪਿਆਰੀਆਂ ਹੋ ਗਈਆਂ, ਕਿਸਾਨੀ ਪਿਆਰੀ ਨਹੀਂ। ਤੇ ਜੇਕਰ ਇਹਨਾਂ ਨੂੰ ਸਾਡੇ ਨਾਲ ਪਿਆਰ ਨਹੀਂ ਤਾਂ ਇਹ ਵੀ ਸਾਡੇ ਰਿਸ਼ਤੇਦਾਰ ਨਹੀਂ ਲੱਗਦੇ, ਅਸੀਂ ਜਦੋਂ ਆਏ ਤੇ ਉਦੋਂ ਮੋਰ ਬਣਾ ਲੈਣੇ ਆ। ਸੋ ਆਉਂਦੇ ਸਮੇਂ ਦੇ ਵਿੱਚ ਹਰਿਆਣੇ ਦੇ ਵਿੱਚ ਕੀ ਕਿਸਾਨ ਵਿਰੋਧਤਾ ਬਹੁਤ ਜ਼ਬਰਦਸਤ ਤਰੀਕੇ ਨਾਲ ਕਰਨਗੇ ਵਿਧਾਇਕਾਂ ਦੀ, ਇਹ ਵਕਤ ਬਿਆਨ ਕਰੂਗਾ। ਪਰ ਪਤਾ ਇਹ ਲੱਗਾ ਵੀ ਕਈ ਵਿਧਾਇਕਾਂ ਦੇ ਅੰਦਰ ਡਰ ਪਸਰ ਗਿਆ। ਉਹਨਾਂ ਨੂੰ ਇਹ ਗੱਲ ਕਹੀ ਗਈ ਆ ਉਹਨਾਂ ਦੀ ਪਾਰਟੀ ਦੇ ਮੁਖੀ ਦੇ ਵੱਲੋਂ ਕਿ ਭਾਈ ਹੁਣ ਤੁਸੀਂ ਬਾਹਰ ਅੰਦਰ ਜਾਣਾ ਬੰਦ ਕਰ ਦਿਓ, ਤੁਸੀਂ ਆਪਣੀਆਂ ਗਤੀਵਿਧੀਆਂ ਇਸ ਵਕਤ ਮੋਬਾਈਲ ਦੇ ਉੱਤੇ ਜਾਂ ਸੋਸ਼ਲ ਮੀਡੀਆ ਦੇ ਉੱਤੇ ਜਾਰੀ ਰੱਖੋ, ਪਰ ਤੁਸੀਂ ਲੋਕਾਂ ਦੇ ਵਿੱਚ ਵਿਚਰਨਾ ਬੇਸ਼ੱਕ ਘਟਾ ਦਿਓ ਤੇ ਬੇਸ਼ੱਕ ਥੋੜ੍ਹੇ ਕੁ ਸਮੇਂ ਦੇ ਲਈ ਬੰਦ ਕਰ ਦਿਓ। ਕਿਉਂਕਿ ਜੇਕਰ ਕੁਝ ਵੀ ਅਣਸੁਖਾਵਾਂ ਵਾਪਰਦਾ ਕਿਸੇ ਇੱਕ ਵਿਧਾਇਕ ਦੇ ਨਾਲ, ਜੇਕਰ ਬਦਨਾਮੀ ਹੋ ਜਾਂਦੀ ਹੈ, ਜੇਕਰ ਕਿਸਾਨ ਘੇਰ ਕੇ ਬੇਇੱਜ਼ਤੀ ਕਰ ਦਿੰਦੇ ਆ, ਤਾਂ ਪੂਰੀ ਪਾਰਟੀ ਦੀ ਤੋਏ ਤੋਏ ਹੋ ਜਾਣੀ ਹੈ। ਇਸ ਕਰਕੇ ਅਗਾਊਂ ਪ੍ਰਬੰਧ ਤੁਸੀਂ ਪਹਿਲਾਂ ਰੱਖੋ ਤੇ ਲੋਕਾਂ ਦੇ ਵਿੱਚ ਜਾਣ ਤੋਂ ਹਾਲ ਦੀ ਘੜੀ ਗੁਰੇਜ਼ ਕਰੋ। ਪਰ ਕੀ ਇਹ ਤਰੀਕਾ ਜਿਹੜਾ ਕਿ ਜਨ ਨਾਇਕ ਜਨਤਾ ਪਾਰਟੀ ਜਾਂ ਬੀਜੇਪੀ ਦੇ ਵਿਧਾਇਕਾਂ ਦੇ ਵੱਲੋਂ ਅਪਣਾਇਆ ਗਿਆ ਜਾਂ ਅਪਣਾਇਆ ਜਾਊਗਾ, ਇਹਦੇ ਨਾਲ ਪਾਰਟੀ ਦਾ ਕੋਈ ਨੁਕਸਾਨ ਹੋ ਜਾਂ ਫਾਇਦਾ ਹੋ, ਇਹਦੇ ਵੱਲ ਸਭ ਦੀ ਨਿਗਾਹ ਟਿਕੀ ਰਹਿਣੀ ਆ। ਉੱਦਾਂ ਲੰਘੇ ਕੱਲ੍ਹ ਰਾਜੇਵਾਲ ਹੋਰਾਂ ਨੇ ਇਹ ਗੱਲ ਕਹੀ ਹੈ ਵੀ ਸਾਡੇ ਜਥੇ ਨੇ ਜਿਹੜੇ ਉਹ ਵੱਡੀ ਗਿਣਤੀ ਦੇ ਵਿੱਚ ਪੱਛਮੀ ਬੰਗਾਲ ਦੇ ਵੱਲ ਤੇ ਕੇਰਲ ਦੇ ਵੱਲ ਤੇ ਪੁਡੂਚੇਰੀ ਦੇ ਵੱਲ ਤੇ ਹੋਰ ਵੱਖ-ਵੱਖ ਸੂਬਿਆਂ ਦੇ ਵਿੱਚ ਜਾ ਰਹੇ ਆ, ਜਿੱਥੇ ਕਿ ਵਿਧਾਨ ਸਭਾ ਦੀਆਂ ਚੋਣਾਂ ਸਿਰ ਦੇ ਉੱਤੇ ਆ। ਅਸੀਂ ਉੱਥੇ ਜਾ ਕੇ ਲੋਕਾਂ ਨੂੰ, ਵੋਟਰਾਂ ਨੂੰ ਇੱਕੋ ਬੇਨਤੀ ਕਰਾਂਗੇ ਹੱਥ ਜੋੜ ਕੇ ਵੀ ਕਿਸੇ ਵੀ ਪਾਰਟੀ ਨੂੰ ਵੋਟ ਪਾਓ, ਅਸੀਂ ਕਿਸੇ ਪਾਰਟੀ ਦੇ ਹੱਕ ਦੇ ਵਿੱਚ ਪ੍ਰਚਾਰ ਕਰਨ ਨਹੀਂ ਆਏ। ਪਰ ਤੁਸੀਂ ਬੀਜੇਪੀ ਨੂੰ ਵੋਟ ਨਾ ਪਾਓ, ਕਿਉਂਕਿ ਬੀਜੇਪੀ ਨੇ ਦੇਸ਼ ਦਾ ਘਾਣ ਕਰਕੇ ਰੱਖ ਦਿੱਤਾ। ਰਾਜੇਵਾਲ ਹੋਰਾਂ ਨੇ ਇਹ ਵੀ ਗੱਲ ਕਹੀ ਹੈ ਕਿ ਬੀਜੇਪੀ ਨੇ ਹਰ ਚੀਜ਼ ਮਹਿੰਗੀ ਕਰਤੀ ਹੈ, ਕਿਸਾਨੀ ਮਸਲੇ ਦਰਕਿਨਾਰ ਕਰਤੇ ਆ। ਕਿਹੜਾ ਇੱਕ ਵਰਗ ਆ ਜਿਹੜਾ ਕਿ ਇਸ ਵਕਤ ਬਾਗੋ ਬਾਗ ਆ, ਧਰਮ ਦੇ ਨਾਂ ਦੇ ਉੱਤੇ ਜਿਵੇਂ ਲੋਕਾਂ ਦੇ ਇਹਨਾਂ ਨੇ ਸਿਰ ਪੜ੍ਹਾਏ ਆ, ਤੇ ਉਹਦੇ ਉੱਤੇ ਸਾਨੂੰ ਇਤਰਾਜ਼ ਜ਼ਾਹਰ ਕਰਨਾ ਚਾਹੀਦਾ। ਹੁਣ ਰਾਜੇਵਾਲ ਜਾਂ ਬਾਕੀ ਜਿਹੜੇ ਕਿਸਾਨ ਆਗੂ ਆ, ਉਹਨਾਂ ਦੀ ਕਹਿਣੀ ਦੇ ਉੱਤੇ ਕਿੰਨੇ ਕੁ ਲੋਕ ਅਮਲ ਕਰਦੇ ਪੱਛਮੀ ਬੰਗਾਲ ਦੇ ਵਿੱਚ, ਕਿੰਨੇ ਕੁ ਲੋਕ ਕੇਰਲ ਦੇ ਵਿੱਚ ਕਰਦੇ, ਪੁਡੂਚੇਰੀ 'ਚ ਕਰਦੇ, ਵਕਤ ਬਿਆਨ ਕਰੂਗਾ। ਪਰ ਕਿਸਾਨਾਂ ਦੇ ਵੱਲੋਂ ਹੌਸਲੇ ਆਪਣੇ ਹਾਲ ਦੀ ਘੜੀ ਬੁਲੰਦ ਰੱਖੇ ਗਏ ਆ। ਕਿਸਾਨ ਹਾਲੇ ਪੈਰ ਪਛਾਣ ਨੂੰ ਨਹੀਂ ਕਰ ਰਹੇ। ਕਿਸਾਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਕੋਈ ਗੱਲ ਨਹੀਂ, ਭਾਵੇਂ ਗਰਮੀ ਵੀ ਇੱਥੇ ਲੰਘਾਉਣੀ ਪੈ ਜੇ, ਆਪਾਂ ਪਰਵਾਹ ਨਹੀਂ ਕਰਨੀ। ਇੱਕ ਹੋਰ ਗੱਲ ਦੱਸਦਾ ਵੀ ਕਿਸਾਨਾਂ ਵੱਲੋਂ ਵੱਡੇ ਪੱਧਰ ਦੇ ਉੱਤੇ ਪੱਖੇ ਜਿਹੜੇ ਵੱਖ-ਵੱਖ ਬਾਰਡਰਾਂ ਦੇ ਉੱਤੇ ਪਹੁੰਚਾਏ ਗਏ ਆ ਤੇ ਕਈ ਕਿਸਾਨਾਂ ਨੇ ਆਪ ਪੱਖੇ ਉੱਤੇ ਬੰਨਣੇ ਸ਼ੁਰੂ ਕਰ ਦਿੱਤੇ ਆ। ਮੋਟਰਾਂ ਲਿਜਾ ਕੇ, ਫਰ ਲਿਜਾ ਕੇ, ਹੋਰ ਜਿਹੜਾ ਉਹ ਸਾਰਾ ਵਿੱਚ ਉਹਦੇ ਪੁਰਜੇ ਪੈਂਦੇ ਆ, ਉਹਨਾਂ ਦਾ ਪ੍ਰਬੰਧ ਕੀਤਾ। ਪਰ ਕਿਸਾਨਾਂ ਨੇ ਕਿਹਾ ਵੀ ਜਦੋਂ ਅਸੀਂ ਇਹ ਜੰਗ ਜਿੱਤ ਲਈ, ਉਸ ਤੋਂ ਬਾਅਦ ਅਸੀਂ ਪੱਖੇ ਵਾਪਸ ਨਹੀਂ ਲੈ ਕੇ ਜਾਵਾਂਗੇ, ਇੱਥੇ ਦਿੱਲੀ ਦੇ ਲੋਕਾਂ ਨੂੰ, ਬਾਰਡਰਾਂ ਦੇ ਆਲੇ ਦੁਆਲੇ ਵਸਦੇ ਹੋਏ ਲੋਕਾਂ ਦੇ ਵਿੱਚ ਹੀ ਵੰਡ ਜਾਵਾਂਗੇ। ਉਸ ਤੋਂ ਅਗਲੀ ਗੱਲ ਇਹ ਹੈ ਕਿ ਸਿੰਘੂ ਬਾਰਡਰ ਦੇ ਉੱਤੇ ਟਰਾਲੀਆਂ ਭਰ ਕੇ ਇੱਟਾਂ ਦੀਆਂ, ਪੱਕੀਆਂ ਇੱਟਾਂ ਦੀਆਂ ਪਹੁੰਚਣੀਆਂ ਸ਼ੁਰੂ ਹੋ ਗਈਆਂ ਤੇ ਕਿਸਾਨਾਂ ਨੇ ਉੱਥੇ ਨੀਹਾਂ ਭਰ ਕੇ ਤੇ ਪੱਕੇ ਘਰ ਬਣਾਉਣੇ ਸ਼ੁਰੂ ਕਰ ਦਿੱਤੇ ਆ।
ਬਹੁਤ ਸਾਰੇ ਕਿਸਾਨਾਂ ਨੇ ਇਹ ਗੱਲ ਕਹੀ ਹੈ ਵੀ ਜਦੋਂ ਅੰਦੋਲਨ ਦਾ ਪਤਾ ਕੋਈ ਨਹੀਂ ਕਿੰਨਾ ਲੰਮਾ ਸਮਾਂ ਚੱਲਣਾ, ਇਸ ਕਰਕੇ ਅਸੀਂ ਆਪਦੇ ਪੱਕੇ ਰਹਿਣ ਬਸੇਰੇ 2-2 ਮੰਜ਼ਿਲਾ ਬਣਾਉਣ ਲੱਗੇ ਆ। ਨਾਲ ਸਾਡੇ ਮਿਸਤਰੀ ਵੀ ਆ, ਨਾਲ ਸਾਡੇ ਬਾਕੀ ਕਾਰੀਗਰ ਵੀ ਹੈਗੇ ਆ, ਮਜ਼ਦੂਰ ਭਰਾ ਪਹਿਲਾਂ ਹੀ ਹੈਗੇ ਆ, ਕਿਉਂਕਿ ਹੁਣ ਟੈਂਟਾਂ ਦੇ ਵਿੱਚ ਗਰਮੀ ਮਹੀਨੇ ਦੇ ਵਿੱਚ ਹੀ ਵੱਟ ਨਿਕਲ ਰਹੇ ਆ, ਗਰਮੀ ਦੇ ਨਾਲ ਬੁਰਾ ਹਾਲ ਹੈ। ਉਹਨਾਂ ਨੇ ਕਿਹਾ ਜੀ ਕਿ ਹੁਣ ਜਦੋਂ ਮਈ ਜੂਨ ਦਾ ਮਹੀਨਾ ਆਊਗਾ, ਕੀ ਪਤਾ ਕਿੰਨਾ ਕੁ ਉਸ ਵਕਤ ਟੈਂਪਰੇਚਰ ਹੋਵੇ। 48-49 ਤੱਕ ਦੀ ਐਤਕੀ ਭਵਿੱਖਬਾਣੀ ਕੀਤੀ ਜਾ ਰਹੀ ਹੈ ਵੀ ਇੰਨਾ ਟੈਂਪਰੇਚਰ ਹੋ ਸਕਦਾ। ਇਸ ਕਰਕੇ ਪੱਕੀਆਂ ਇੱਟਾਂ ਦੇ ਘਰ ਆ ਜਿਹੜੇ ਉਹ ਬਣਾ ਕੇ ਵਿੱਚ ਕੂਲਰ ਤੇ ਪੱਖੇ ਲਾਉਣ ਦੀ ਤਿਆਰੀ ਕਰ ਲਈ ਗਈ ਹੈ। ਮਤਲਬ ਇਹ ਆ ਵੀ ਜੇਕਰ ਸਰਕਾਰ ਨਹੀਂ ਮੰਨਦੀ ਤਾਂ ਕਿਸਾਨਾਂ ਨੇ ਕਿਹਾ ਜੀ ਕਿ ਅਸੀਂ ਵੀ ਪੈਰ ਪਿੱਛੇ ਨਹੀਂ ਖਿੱਚਦੇ। ਸੋ ਇਸ ਕਰਕੇ ਜੰਗ ਜਿਹੜੀ ਲਗਾਤਾਰ ਜਾਰੀ ਹੈ ਤੇ ਆਉਂਦੇ ਸਮੇਂ ਦੇ ਵਿੱਚ ਚੰਗਾ ਨਤੀਜਾ ਨਿਕਲੇ, ਇਹਦੀ ਅਸੀਂ ਕਾਮਨਾ ਕਰਦੇ ਹਾਂ। ਪਰ ਪਹਿਲਾਂ ਇਸ ਰਿਪੋਰਟ ਦਾ ਵੇਰਵਾ ਕਿ ਹਰਿਆਣੇ ਦੇ ਵਿੱਚ ਵੱਖ-ਵੱਖ ਪਾਰਟੀਆਂ ਦੇ ਵਿਧਾਇਕਾਂ ਨੂੰ ਕਿਵੇਂ ਅੰਦਰੋਂ ਅੰਦਰੀ ਡਰ ਸਤਾ ਰਿਹਾ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਹਰਿਆਣਾ ਦੇ 55 ਵਿਧਾਇਕ ਕਿਸਾਨਾਂ ਦੀ ਹਿੱਟ ਲਿਸਟ ਦੇ ਉੱਤੇ ਆ ਗਏ ਨੇ। ਕਿਸਾਨਾਂ ਨੇ ਇਸ ਗੱਲ ਦਾ ਐਲਾਨ ਕੀਤਾ ਹੈ ਕਿ ਇਹਨਾਂ ਵਿਧਾਇਕਾਂ ਦਾ ਪਿੰਡਾਂ ਦੇ ਵਿੱਚ ਪਹੁੰਚਣ ਦੇ ਉੱਤੇ ਡੰਡਿਆਂ ਦੇ ਨਾਲ ਸਵਾਗਤ ਕੀਤਾ ਜਾਵੇਗਾ। ਕਿਸਾਨਾਂ ਨੇ ਕਿਹਾ ਕਿ ਇਹਨਾਂ 55 ਵਿਧਾਇਕਾਂ ਦੇ ਵਿੱਚੋਂ ਜਿਹੜਾ ਵੀ ਹੁਣ ਪਿੰਡਾਂ ਦੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰੇਗਾ ਉਹਨੂੰ ਲੋਕਾਂ ਦੇ ਵਿਰੋਧ ਦਾ ਬਹੁਤ ਜ਼ਬਰਦਸਤ ਸਾਹਮਣਾ ਕਰਨਾ ਪਵੇਗਾ। ਦਰਅਸਲ ਹਰਿਆਣਾ ਦੇ ਕਿਸਾਨਾਂ ਵੱਲੋਂ ਸੂਬਾ ਸਰਕਾਰ ਤੇ ਕੇਂਦਰ ਸਰਕਾਰ ਦਾ ਖੇਤੀ ਕਾਨੂੰਨਾਂ ਨੂੰ ਲਾਗੂ ਕੀਤੇ ਜਾਣ ਦਾ ਜ਼ੋਰਦਾਰ ਵਿਰੋਧ ਕੀਤਾ ਜਾ ਰਿਹਾ ਹੈ। 10 ਮਾਰਚ ਨੂੰ ਹਰਿਆਣਾ ਵਿਧਾਨ ਸਭਾ ਦੇ ਵਿੱਚ ਸੂਬਾ ਸਰਕਾਰ ਵਿਸ਼ਵਾਸ ਮਤਾ ਜਿੱਤ ਗਈ ਤੇ ਇਸ ਤੋਂ ਬਾਅਦ ਸੂਬੇ ਦੇ ਕਿਸਾਨਾਂ ਵਿੱਚ ਸੱਤਾਧਾਰੀ ਸਰਕਾਰ ਦੇ ਖਿਲਾਫ ਗੁੱਸਾ ਹੋਰ ਵੱਧ ਗਿਆ। ਇਸ ਦੇ ਮੱਦੇਨਜ਼ਰ ਹਰਿਆਣਾ ਵਿਧਾਨ ਸਭਾ ਦੇ ਵਿੱਚ ਸਰਕਾਰ ਦਾ ਸਮਰਥਨ ਕਰਨ ਵਾਲੇ 55 ਦੇ ਕਰੀਬ ਵਿਧਾਇਕ ਇਸ ਵਕਤ ਕਿਸਾਨਾਂ ਦੇ ਨਿਸ਼ਾਨੇ ਉੱਤੇ ਨੇ ਤੇ ਜੀਂਦ ਦੇ ਵਿੱਚ ਕਿਸਾਨ ਸੜਕਾਂ ਦੇ ਉੱਤੇ ਆ ਗਏ। ਉਹਨਾਂ ਨੇ ਵਿਧਾਇਕਾਂ ਦਾ ਵਿਰੋਧ ਕਰਦਿਆਂ ਇਹ ਗੱਲ ਕਹੀ ਕਿ ਅਸੀਂ ਹੁਣ ਵਿਧਾਇਕਾਂ ਨੂੰ ਬਖਸ਼ਾਂਗੇ ਨਹੀਂ ਤੇ ਜੀਂਦ ਹਿਸਾਰ ਸੜਕ ਜਾਮ ਕਰ ਦਿੱਤੀ। ਕਿਸਾਨਾਂ ਨੇ ਕਿਹਾ ਕਿ ਨਵੇਂ ਖੇਤੀ ਕਾਨੂੰਨਾਂ ਨੂੰ ਵਾਪਸ ਲਿਆ ਜਾਵੇ। ਨਾਲ ਹੀ ਕਿਸਾਨਾਂ ਨੇ ਇਸ ਮੌਕੇ ਦੇ ਉੱਤੇ ਦੁਸ਼ਯੰਤ ਚੌਟਾਲਾ ਮੁਰਦਾਬਾਦ ਦੀ ਨਾਅਰੇਬਾਜ਼ੀ ਵੀ ਕੀਤੀ ਹੈ। ਇਸ ਖਬਰ ਦੇ ਉੱਤੇ ਟਿੱਪਣੀ ਕਰਦਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਕਿ ਕਿਸੇ ਵੀ ਕਿਸਾਨ ਨੂੰ ਤੇ ਕਿਸੇ ਵੀ ਜਥੇਬੰਦੀ ਨੂੰ ਇਸ ਵਕਤ ਕਾਨੂੰਨ ਹੱਥ ਦੇ ਵਿੱਚ ਨਹੀਂ ਲੈਣਾ ਚਾਹੀਦਾ, ਕਿਉਂਕਿ ਜੇਕਰ ਕਿਸੇ ਇੱਕ ਵਿਧਾਇਕ ਦੇ ਉੱਤੇ ਹਮਲਾ ਹੁੰਦਾ, ਕੋਈ ਵਧੀਕੀ ਹੁੰਦੀ ਹੈ ਤਾਂ ਗੋਦੀ ਮੀਡੀਆ ਨੇ ਪਾਣੀ ਪੀ ਪੀ ਕੇ ਆਪਾਂ ਨੂੰ ਨਿੰਦਣਾ ਕਿ ਦੇਖੋ ਜੀ ਇਹ ਤਾਂ ਐਸੇ ਕਰਨੇ ਆਏ ਥੇ, ਇਹ ਤਾਂ ਵੈਸੇ ਕਰਨੇ ਆਏ ਥੇ। ਸੋ ਇਸ ਵਕਤ ਸ਼ਰਮ ਦੇਣ ਦੀ ਲੋੜ ਆ ਵੀ ਅਸੀਂ ਤੁਹਾਡੇ ਲਈ ਅੱਜ ਤੱਕ ਕੀ ਕੀਤਾ ਤੇ ਤੁਸੀਂ ਸਾਡੇ ਲਈ ਇੱਕ ਵਾਰ ਵੀ ਕੁਝ ਨਹੀਂ ਕੀਤਾ। ਤੇ ਉਸ ਸ਼ਰਮ ਦੇ ਵਿੱਚ ਹੀ ਸਾਰਾ ਕੁਝ ਲੁਕਿਆ ਹੈਗਾ। ਜੇਕਰ ਇਹਨਾਂ ਨੇ ਮਹਿਸੂਸ ਕਰਨੀ ਹੋਈ ਤਾਂ ਆਪੇ ਕਰ ਲੈਣਗੇ, ਨਹੀਂ ਤਾਂ ਫਿਰ ਵੋਟਾਂ ਸਿਰ ਦੇ ਉੱਤੇ ਜਦੋਂ ਆਈਆਂ, ਹਾਲਾਂਕਿ ਚਿਰ ਪਿਆ ਹਰਿਆਣੇ ਦੇ ਵਿੱਚ ਵੋਟਾਂ ਪੈਣ ਨੂੰ, ਪਰ ਉਦੋਂ ਤੱਕ ਜੇਕਰ ਚੇਤੇ ਰੱਖਿਆ ਕਿਸਾਨਾਂ ਨੇ, ਮਜ਼ਦੂਰਾਂ ਨੇ, ਖਾਪ ਪੰਚਾਇਤਾਂ ਨੇ, ਤਾਂ ਆਪੇ ਹੀ ਉਹਨਾਂ ਨੇ ਨਤੀਜਾ ਜਿਹੜਾ ਉਹ ਦਿਖਾ ਦੇਣਾ ਵੀ ਭਾਈ ਤੁਸੀਂ ਇੱਦਾਂ ਕੀਤਾ ਸੀ, ਅਸੀਂ ਹੁਣ ਇੱਦਾਂ ਕਰਦੇ, ਪਾਸਾ ਪਲਟ ਸਕਦਾ। ਉਸ ਤੋਂ ਅਗਲੀ ਗੱਲ ਇਹ ਹੈ ਵੀ ਜਨ ਨਾਇਕ ਜਨਤਾ ਪਾਰਟੀ ਤੋਂ ਬਹੁਤ ਸਾਰੀ ਆਸ ਸੀ ਕਿ ਉਹਨਾਂ ਦੇ ਉੱਤੇ ਬਹੁਤ ਵੱਡੇ ਅਹਿਸਾਨ ਆ ਵੱਖ-ਵੱਖ ਕਿਸਾਨ ਆਗੂਆਂ ਦੇ, ਖਾਪ ਪੰਚਾਇਤਾਂ ਦੇ, ਕਿਉਂਕਿ ਜੇਕਰ ਦੁਸ਼ਯੰਤ ਚੌਟਾਲਾ ਦੀ ਪਾਰਟੀ ਜਿੱਤੀ ਆ ਤਾਂ ਉਹ ਕਿਸਾਨਾਂ ਦੇ ਸਮਰਥਨ ਕਰਕੇ, ਉਹਨਾਂ ਦੀਆਂ ਵੋਟਾਂ ਦੇ ਕਰਕੇ ਜਿੱਤੀ ਆ। ਪਰ ਚੌਟਾਲਾ ਹੋਰਾਂ ਨੂੰ ਵੀ ਉਸ ਵਕਤ ਕੁਰਸੀ ਪਿਆਰੀ ਆ। ਉਪ ਮੁੱਖ ਮੰਤਰੀ ਦਾ ਅਹੁਦਾ ਕੌਣ ਛੱਡਦਾ, ਕਿਹਨੂੰ ਲੋੜ ਆ ਇਸ ਵਕਤ ਛੱਡਣ ਦੀ। ਤੇ ਉਹਨਾਂ ਨੇ ਤਾਂ ਵਧਾਈਆਂ ਦਿੱਤੀਆਂ ਕਿ ਦੇਖੋ ਜੀ ਗੱਠਜੋੜ ਆਪਣਾ ਪੱਕਾ, ਤੇ ਉਹਨਾਂ ਨੇ ਕਿਹਾ ਜੀ ਕਿ ਭਰੋਸੇ ਦੀ ਵੋਟ ਜਿੱਤ ਲਈ ਹੈ ਤੇ ਕਿਸਾਨਾਂ ਦੇ ਹੱਕ ਦੇ ਵਿੱਚ ਅਸੀਂ ਖੜੇ ਆ ਤੇ ਇਹ ਸਾਡਾ ਗੱਠਜੋੜ ਆ ਜਿਹੜਾ ਉਹ ਜ਼ਿੰਦਾਬਾਦ ਰਹੂਗਾ। ਉਹਨਾਂ ਨੇ ਇਹ ਗੱਲ ਕਹੀ ਹੈ। ਕਿਸਾਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਚਲੋ ਤੁਸੀਂ ਜੋ ਕਰਨਾ ਸੀ ਉਹ ਕਰ ਲਿਆ, ਤੁਸੀਂ ਸਾਡੇ ਹੱਕ ਦੇ ਵਿੱਚ ਨਹੀਂ ਭੁਗਤੇ, ਤੁਸੀਂ ਸਾਡੇ ਖਿਲਾਫ ਚਲੇ ਗਏ ਆ, ਪਰ ਹੁਣ ਜਦੋਂ ਤੁਸੀਂ ਪਿੰਡਾਂ ਦੇ ਵਿੱਚ ਵੜੋਗੇ, ਭਾਵੇਂ ਕਿਸੇ ਮਰਗ ਦੇ ਪ੍ਰੋਗਰਾਮ ਦੇ ਲਈ ਆਓ, ਭਾਵੇਂ ਕਿਸੇ ਪਾਰਟੀ ਦੇ ਚੋਣ ਪ੍ਰਚਾਰ ਲਈ ਆਓ, ਭਾਵੇਂ ਤੁਸੀਂ ਕਿਸੇ ਵਿਆਹ ਦੇ ਪ੍ਰੋਗਰਾਮ ਤੇ ਆਉਣਾ ਹੋਵੇ, ਭਾਵੇਂ ਤੁਸੀਂ ਆਪਦੇ ਕਿਸੇ ਸਮਰਥਕ ਦੇ ਹੱਕ ਦੇ ਵਿੱਚ ਆਉਣਾ ਹੋਵੇ, ਤੁਹਾਨੂੰ ਅਸੀਂ ਬਖਸ਼ਾਂਗੇ ਨਹੀਂ। ਤੇ ਹਰਿਆਣੇ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਬੀਜੇਪੀ ਦੇ ਵਿਧਾਇਕਾਂ ਦਾ ਤੇ ਹੋਰ ਨੇਤਾਵਾਂ ਦਾ ਵਿਰੋਧ ਵੀ ਹੋ ਰਿਹਾ, ਪਰ ਉਸ ਵਿਰੋਧ ਤੋਂ ਸਬਕ ਸਿੱਖਿਆ ਨਹੀਂ ਗਿਆ ਹੁਣ ਤੱਕ। ਉਸ ਤੋਂ ਅਗਲੀ ਗੱਲ ਇਹ ਹੈ ਵੀ ਪੰਜਾਬ ਦੇ ਵਿੱਚ 169 ਦਿਨਾਂ ਤੋਂ ਮਾਝਾ ਖੇਤਰ ਦੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਰੇਲ ਦੀਆਂ ਪਟੜੀਆਂ ਦੇ ਉੱਤੇ ਧਰਨਾ ਚੱਲ ਰਿਹਾ ਸੀਗਾ। ਲੰਘੇ ਕੱਲ੍ਹ ਇਸ ਧਰਨੇ ਨੂੰ ਸਮਾਪਤ ਕਰ ਦਿੱਤਾ ਗਿਆ। ਆਪਾਂ ਜਾਣਦੇ ਕਿ ਕੁਝ ਕਿਸਾਨ ਜਥੇਬੰਦੀਆਂ ਦੇ ਵੱਲੋਂ ਇਤਰਾਜ਼ ਵੀ ਕੀਤਾ ਗਿਆ ਸੀ, ਕੁਝ ਕੁ ਰਾਜਨੀਤਿਕ ਲੋਕਾਂ ਦੇ ਵੱਲੋਂ ਵੀ ਟਿੱਪਣੀਆਂ ਕੀਤੀਆਂ ਜਾ ਰਹੀਆਂ ਸੀ ਕਿ ਪੰਨੂ ਤੇ ਪੰਧੀਰ ਦੀ ਜਥੇਬੰਦੀ ਦੇ ਵੱਲੋਂ ਇਹ ਸਾਰਾ ਕੁਝ ਇਕੱਲੇ ਤੌਰ ਤੇ ਕਿਉਂ ਕੀਤਾ ਜਾ ਰਿਹਾ। ਪਰ ਹੁਣ ਜਿਹੜੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਆ, ਉਹਨਾਂ ਨੇ ਕਿਹਾ ਜੀ ਕਿ ਅਸੀਂ ਥੱਕ ਕੇ ਜਾਂ ਹਾਰ ਕੇ ਆਪਣੇ ਪੈਰ ਪਿੱਛੇ ਨਹੀਂ ਖਿੱਚੇ, ਅਸੀਂ ਇਸ ਕਰਕੇ ਧਰਨਾ ਪਟੜੀ ਦੇ ਉੱਤੇ ਚੁੱਕਿਆ ਕਿ ਇੱਕ ਤਾਂ ਕਿਸਾਨ ਤੇ ਮਜ਼ਦੂਰ ਆ ਜਿਹੜੇ ਉਹ ਇਸ ਵਕਤ ਵਾਢੀ ਦੇ ਵਿੱਚ ਮਸਰੂਫ ਹੋ ਜਾਣੇ ਆ ਕਿਉਂਕਿ ਹੁਣ ਮੌਸਮ ਬਦਲਿਆ। ਦੂਜੀ ਗੱਲ ਉਹਨਾਂ ਨੇ ਕਹੀ ਹੈ ਜੀ ਕਿ ਅਸੀਂ ਇੱਥੋਂ ਉੱਠ ਕੇ ਤੇ ਸਿੰਘੂ ਮੋਰਚੇ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਉੱਥੇ ਵੱਡੀ ਗਿਣਤੀ ਦੇ ਵਿੱਚ ਜਾਵਾਂਗੇ। ਸੋ ਚੰਗੀ ਗੱਲ ਹੈ ਕਿ ਜੇਕਰ ਕਿਸਾਨ ਜਥੇਬੰਦੀਆਂ ਇੱਕ ਹੋ ਕੇ ਰਹਿਣਗੀਆਂ, ਚੰਗੀ ਗੱਲ ਹੈ ਕਿ ਜੇਕਰ ਮਾਝਾ, ਮਾਲਵਾ, ਦੁਆਬਾ ਹਰ ਖਿੱਤੇ ਦੇ ਲੋਕ ਪੰਜਾਬ ਦੇ ਵਿੱਚੋਂ ਵੱਖ-ਵੱਖ ਬਾਰਡਰਾਂ ਦੇ ਉੱਤੇ ਜਾਣਗੇ, ਕਿਉਂਕਿ ਜੇਕਰ ਉੱਥੇ ਇਕੱਠ ਦਿਖਾਇਆ ਜਾਊਗਾ
ਤਾਂ ਸਰਕਾਰ ਨੂੰ ਫਿਕਰ ਪੈ ਸਕਦਾ। ਪਰ ਆਉਂਦੇ ਸਮੇਂ ਦੇ ਵਿੱਚ 5 ਸੂਬਿਆਂ ਦੇ ਵਿੱਚੋਂ ਕਿੰਨੀਆਂ ਕੁ ਥਾਵਾਂ ਦੇ ਉੱਤੇ ਬੀਜੇਪੀ ਚੋਣਾਂ ਜਿੱਤਦੀ ਹੈ, ਇਹਦੇ ਵੱਲ ਵੀ ਨਿਗਾਹ ਟਿਕੀ ਰਹਿਣੀ ਹੈ। ਤੇ ਕਿਸਾਨਾਂ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਜਥੇ ਭੇਜਣੇ ਸ਼ੁਰੂ ਕਰ ਦਿੱਤੇ ਗਏ ਆ, ਜਿਵੇਂ ਜਹਾਜ਼ ਭਰ ਭਰ ਕੇ ਵੀ ਹੁਣ ਪੱਛਮੀ ਬੰਗਾਲ ਦੇ ਵੱਲ ਜਾ ਰਹੇ ਆ, ਉਸ ਤੋਂ ਬਾਅਦ ਲੱਗਦਾ ਕਿ ਕਿਸਾਨ ਕੋਈ ਨਾ ਕੋਈ ਰੰਗ ਪੇਸ਼ ਕਰਨਗੇ। ਤੇ ਜੇਕਰ ਰੰਗ ਪੇਸ਼ ਹੋ ਗਿਆ ਤਾਂ ਫਿਰ ਮੋਦੀ ਸਰਕਾਰ ਨੇ ਸ਼ਾਇਦ ਆਪਣੇ ਆਪ ਮੰਗਾਂ ਮੰਨ ਲੈਣੀਆਂ। ਪਰ ਜੇਕਰ ਰੰਗ ਨਾ ਪੇਸ਼ ਕਰ ਸਕੇ ਫਿਰ ਉਹਨਾਂ ਨੇ ਕਹਿਣਾ ਵੀ ਸਾਨੂੰ ਕੀ ਪਰਵਾਹ, ਲੱਖ ਦੀ ਥਾਂ ਦੇ ਉੱਤੇ 10 ਲੱਖ ਬੰਦਾ ਬੈਠਾ ਰਵੇ, ਅਸੀਂ ਨਹੀਂ ਕੁਝ ਸੋਚਦੇ। ਪਿਛਲੇ ਦਿਨੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਗੱਲ ਕਹੀ ਸੀ ਕਿ ਆਉਂਦੇ ਸਮੇਂ ਦੇ ਵਿੱਚ ਕਈ ਜਾਇਦਾਦਾਂ ਵੇਚੀਆਂ ਜਾ ਸਕਦੀਆਂ। 5 ਲੱਖ ਕਰੋੜ ਰੁਪਈਆ ਇਕੱਠਾ ਕਰਨ ਦਾ ਟੀਚਾ, ਇਸ ਪੈਸੇ ਨੂੰ ਅਸੀਂ ਲੋਕਾਂ ਦੇ ਕਲਿਆਣ ਦੇ ਉੱਤੇ ਖਰਚ ਕਰਾਂਗੇ। ਉਦੋਂ ਇਹ ਲੱਗਾ ਸੀ ਸਵਾਲ ਬੜੇ ਪੈਦਾ ਹੋਏ ਕਿ ਸਰਕਾਰ ਸਭ ਕੁਝ ਵੇਚਣ ਤੇ ਤੁਲੀ ਹੈ। ਏਅਰਪੋਰਟ ਠੇਕੇ ਤੇ ਦੇ ਦਿਓ, ਇਸ ਵਕਤ ਸੜਕਾਂ ਠੇਕੇ ਤੇ ਦੇ ਦਿਓ, ਇਸ ਵਕਤ ਵੱਡੀਆਂ ਵੱਡੀਆਂ ਇਮਾਰਤਾਂ ਠੇਕੇ ਤੇ ਚਾੜ੍ਹ ਦਿਓ, ਤੁਸੀਂ ਇਸ ਵਕਤ ਰੇਲਵੇ ਸਟੇਸ਼ਨ ਵੀ ਠੇਕੇ ਤੇ ਦੇ ਦਿਓ, ਤੁਸੀਂ ਡਾਕਘਰ ਵੀ ਠੇਕੇ ਤੇ ਦੇ ਦਿਓ। ਇੱਦਾਂ ਦੀਆਂ ਖਬਰਾਂ ਉਦੋਂ ਆਈਆਂ ਸੀ। ਸੋਸ਼ਲ ਮੀਡੀਆ ਦੇ ਉੱਤੇ ਲੋਕਾਂ ਨੇ ਕਾਫੀ ਟਿੱਪਣੀਆਂ ਕੀਤੀਆਂ। ਪਰ ਇਹ ਗੱਲ ਸੱਚੀ ਹੈ ਕਿ ਕੇਂਦਰ ਦੀ ਸਰਕਾਰ ਦੇ ਵੱਲੋਂ 100 ਤੋਂ ਵੱਧ ਜਾਇਦਾਦਾਂ ਜਿਹੜੀਆਂ ਕਿ ਨਿੱਜੀ ਜਾਇਦਾਦਾਂ, ਜਿਹੜੀਆਂ ਕਿ ਸਰਕਾਰੀ ਜਾਇਦਾਦਾਂ, ਉਹਨਾਂ ਨੂੰ ਵੇਚਣ ਦੀ ਤਿਆਰੀ ਕਰ ਲਈ ਗਈ ਆ। ਉਹ ਨਿੱਜੀ ਹੱਥਾਂ ਦੇ ਵਿੱਚ ਹੁਣ ਚਲੀਆਂ ਜਾਣੀਆਂ। ਉਸ ਤੋਂ ਅਗਲੀ ਗੱਲ ਇਹ ਹੈ ਕਿ ਕੀ ਭਾਰਤ ਦੇ ਵਿੱਚ ਜਾਇਦਾਦਾਂ ਵੇਚ ਕੇ ਤੇ ਇਹ ਸਾਰਾ ਕੁਝ ਠੀਕ ਰਹੂਗਾ, ਲੋਕਾਂ ਦਾ ਕਲਿਆਣ ਹੋ ਸਕਦਾ? ਮੈਨੂੰ ਨਿੱਜੀ ਤੌਰ ਤੇ ਲੱਗਦਾ ਹੈ ਵੀ ਜਿਵੇਂ ਕਿਸੇ ਨੇ ਵਿਆਹ ਕਰਨਾ ਹੋਵੇ ਤੇ ਵਿਆਹ ਕੀਤਾ ਜਾਵੇ ਜ਼ਮੀਨ ਵੇਚ ਕੇ, ਇਹ ਬਿਲਕੁਲ ਉੱਦਾਂ ਦੀ ਗੱਲ ਹੈ। ਕਿਉਂਕਿ ਸਿਰ ਦੇ ਉੱਤੇ ਕਰਜ਼ਾ ਹੋਵੇ, ਅਸੀਂ ਵਿਕਾਸ ਤੋਂ ਪਰੇ ਹੋ ਗਏ, ਸਾਡੇ ਘਰ ਦੇ ਵਿੱਚ ਇਸ ਵਕਤ ਆਰਥਿਕ ਮਜਬੂਰੀਆਂ ਹੋਣ, ਪਰ ਨੱਕ ਦੇ ਚੱਕਰ ਦੇ ਵਿੱਚ ਅਸੀਂ ਇਹ ਗੱਲ ਕਹੀਏ ਜੀ ਕਿ ਜ਼ਮੀਨ ਵੇਚ ਕੇ ਤੇ ਠੁੱਕ ਬਣਾ ਲੈਣੀ ਆ, ਅਸੀਂ ਬਹੁਤ ਵੱਡੇ ਪੱਧਰ ਦੇ ਉੱਤੇ ਵਿਆਹ ਕਰਕੇ ਦਿਖਾਉਣਾ। ਉਵੇਂ ਲੱਗਦਾ ਵੀ ਸਰਕਾਰੀ ਜਾਇਦਾਦਾਂ ਵੇਚ ਕੇ, ਨਿੱਜੀ ਹੱਥਾਂ ਦੇ ਵਿੱਚ ਦੇ ਕੇ, ਤੇ ਜੇਕਰ ਕੁਝ ਕੁ ਦੇਰ ਦੇ ਲਈ ਕੋਈ ਕਲਿਆਣਕਾਰੀ ਯੋਜਨਾਵਾਂ ਚੱਲਦੀਆਂ ਤਾਂ ਆਉਂਦੇ ਸਮੇਂ ਦੇ ਵਿੱਚ ਇਹਦਾ ਨਤੀਜਾ ਕੀ ਸਾਹਮਣੇ ਆਊਗਾ। ਪਿਛਲੇ ਕਈ ਦਿਨਾਂ ਤੋਂ ਸਵਾਲ ਇਹ ਉੱਠ ਰਹੇ ਆ ਕਿ ਉਜਵਲਾ ਯੋਜਨਾ ਦੇ ਤਹਿਤ ਗਰੀਬ ਲੋਕਾਂ ਨੂੰ, ਜਿਹੜੇ ਕਿ ਗਰੀਬੀ ਰੇਖਾ ਤੋਂ ਥੱਲੇ ਵਾਲੇ ਆ, ਜਿਨ੍ਹਾਂ ਦੇ ਕੋਲੇ ਬਾਲਣ ਦੇ ਵਸੀਲੇ ਨਹੀਂ ਸੀ, ਉਹਨਾਂ ਨੂੰ ਸਿਲੰਡਰ ਮੁਫਤ ਦੇ ਵਿੱਚ ਦਿੱਤੇ। ਪਰ ਕੀ ਉਹ ਸਿਲੰਡਰ ਇਸ ਵਕਤ 819-820 ਰੁਪਏ ਦਾ ਭਰਾ ਸਕਦੇ ਆ, ਜਾਂ ਉਹਨਾਂ ਨੂੰ ਮੁਫਤ ਦੇ ਵਿੱਚ ਹੁਣ ਵੀ ਭਰ ਕੇ ਦਿੱਤਾ ਜਾਂਦਾ ਜਾਂ ਨਹੀਂ? ਜਾਂ ਇੱਕ ਵਾਰੀ ਸਿਲੰਡਰ ਵਰਤ ਕੇ ਤੇ ਉਹ ਵਿਚਾਰੇ ਹੁਣ ਸਿਲੰਡਰ ਦੀ ਥਾਂ ਦੇ ਉੱਤੇ ਫਿਰ ਲੱਕੜਾਂ ਦੇ ਉੱਤੇ ਆ ਗਏ, ਚੁੱਲ੍ਹੇ ਫਿਰ ਬਾਲ ਰਹੇ ਆ? ਸੋ ਇੱਦਾਂ ਦੇ ਸਵਾਲ ਲੋਕਾਂ ਦੇ ਮਨਾਂ ਦੇ ਵਿੱਚ ਹੈ। ਕਿਹੜੀਆਂ ਜਾਇਦਾਦਾਂ ਸਰਕਾਰ ਦੇ ਵੱਲੋਂ ਵੇਚਣ ਦੀ ਤਿਆਰੀ ਕੀਤੀ ਗਈ ਹੈ? ਨੀਤੀ ਆਯੋਗ ਦੇ ਵੱਲੋਂ ਕੀ ਐਲਾਨ ਕੀਤਾ ਗਿਆ? ਕਿਹੜੇ ਵਿਭਾਗਾਂ ਨੂੰ ਕਿਹੜੇ ਹੁਕਮ ਜਾਰੀ ਕੀਤੇ ਗਏ ਆ? ਤੇ ਕਦੋਂ ਕੁ ਤੱਕ ਇਹ ਜਾਇਦਾਦਾਂ ਵੇਚ ਦਿੱਤੀਆਂ ਜਾਣਗੀਆਂ? ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਕੇਂਦਰ ਦੀ ਮੋਦੀ ਸਰਕਾਰ ਅਗਲੇ 4 ਵਰ੍ਹਿਆਂ ਦੇ ਵਿੱਚ 100 ਤੋਂ ਵੱਧ ਜਾਇਦਾਦਾਂ ਵੇਚਣ ਦੀ ਯੋਜਨਾ ਦੇ ਉੱਤੇ ਕੰਮ ਕਰ ਰਹੀ ਹੈ ਤੇ ਇਹ ਕੰਮ ਜੰਗੀ ਪੱਧਰ ਦੇ ਉੱਤੇ ਕੀਤਾ ਜਾ ਰਿਹਾ। ਹੁਣ ਨੀਤੀ ਆਯੋਗ ਨੇ ਕੇਂਦਰ ਸਰਕਾਰ ਦੇ ਸੰਬੰਧਿਤ ਵਿਭਾਗਾਂ ਨੂੰ ਕਿਹਾ ਕਿ ਉਹ ਜਾਇਦਾਦਾਂ ਦੀ ਪਛਾਣ ਕਰੇ ਜਿਨ੍ਹਾਂ ਦਾ ਅਗਲੇ ਕੁਝ ਸਾਲਾਂ ਦੇ ਵਿੱਚ ਮੁਦਰੀਕਰਨ ਕੀਤਾ ਜਾ ਸਕੇ। ਇਸ ਦੇ ਲਈ ਨੀਤੀ ਆਯੋਗ ਨੇ ਇੱਕ ਪਾਈਪਲਾਈਨ ਤਿਆਰ ਕਰਨ ਦੀ ਨੀਤੀ ਘੜੀ ਹੈ। ਨੀਤੀ ਆਯੋਗ ਉਹਨਾਂ ਜਾਇਦਾਦਾਂ ਤੇ ਕੰਪਨੀਆਂ ਦੀ ਸੂਚੀ ਤਿਆਰ ਕਰ ਰਹੀ ਹੈ ਜੋ ਆਉਣ ਵਾਲੇ ਸਮੇਂ ਦੇ ਵਿੱਚ ਵਿਕਰੀ ਵਾਸਤੇ ਤਿਆਰ ਕੀਤੇ ਜਾ ਸਕਦੇ ਨੇ। ਇੱਕ ਅੰਗਰੇਜ਼ੀ ਅਖਬਾਰ ਦੀ ਖਬਰ ਦੇ ਮੁਤਾਬਕ NITI ਆਯੋਗ ਨੇ ਘੱਟੋ ਘੱਟ 100 ਜਾਇਦਾਦਾਂ ਦੀ ਪਛਾਣ ਕੀਤੀ ਹੈ ਜਿਨ੍ਹਾਂ ਦਾ ਨਿੱਜੀਕਰਨ ਕੀਤਾ ਜਾਣਾ। ਇਹਨਾਂ ਦੀ ਕੀਮਤ ਲਗਭਗ 5 ਲੱਖ ਕਰੋੜ ਰੁਪਈਆ ਹੋਵੇਗੀ। ਸੂਤਰਾਂ ਦੇ ਹਵਾਲੇ ਨਾਲ ਇਹ ਗੱਲ ਕਹੀ ਗਈ ਹੈ ਕਿ ਸਰਕਾਰ ਇਹਨਾਂ ਜਾਇਦਾਦਾਂ ਨੂੰ ਵੇਚਣ ਦੇ ਲਈ ਫਾਸਟ ਟਰੈਕ ਮੋਡ ਦੇ ਵਿੱਚ ਕੰਮ ਕਰੇਗੀ। ਲਗਭਗ 31 ਵਿਆਪਕ ਸੰਪਤੀ ਦੀਆਂ ਕਲਾਸਾਂ, 100 ਵਿਭਾਗਾਂ ਜਾਂ ਕੇਂਦਰੀ ਜਨਤਕ ਖੇਤਰ ਦੇ ਉਦਮਾਂ ਨੂੰ ਮੈਪ ਕੀਤਾ ਗਿਆ। ਇਸ ਸੂਚੀ ਨੂੰ ਵਿਭਾਗਾਂ ਨਾਲ ਸਾਂਝਾ ਕੀਤਾ ਗਿਆ ਤੇ ਇੱਕ ਨਿਵੇਸ਼ ਦੇ ਸੰਭਾਵਿਤ ਢਾਂਚੇ ਦੇ ਉੱਤੇ ਵਿਚਾਰ ਕੀਤਾ ਜਾ ਰਿਹਾ। ਜਿਹੜੀਆਂ ਜਾਇਦਾਦਾਂ ਵੇਚੇ ਜਾਣ ਦੀ ਸੰਭਾਵਨਾ, ਉਹਦੇ ਵਿੱਚ ਟੋਲ ਰੋਡ ਬੰਡਲ, ਬੰਦਰਗਾਹਾਂ, ਕਰੂਜ਼ ਟਰਮੀਨਲ, ਦੂਰ ਸੰਚਾਰ ਢਾਂਚਾ, ਤੇਲ ਤੇ ਗੈਸ ਪਾਈਪਲਾਈਨਾਂ, ਪ੍ਰਸਾਰਣ ਟਾਵਰ, ਰੇਲਵੇ ਸਟੇਸ਼ਨ, ਖੇਡ ਸਟੇਡੀਅਮ, ਪਹਾੜੀ ਰੇਲਵੇ, ਕਾਰਜਸ਼ੀਲ ਮੈਟਰੋ ਸੈਕਸ਼ਨ, ਗੋਦਾਮ ਤੇ ਵਪਾਰਕ ਕੰਪਲੈਕਸ ਆਦਿ ਸ਼ਾਮਲ ਨੇ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਹਾਂ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਜਿਸ ਤਰੀਕੇ ਦੇ ਹਾਲਾਤ ਬਣੇ ਹੋਏ ਆ ਉਹਨੂੰ ਦੇਖ ਕੇ ਤਰਸ ਆਉਂਦਾ। ਜੇ ਪੰਜਾਬ ਦੀ ਗੱਲ ਕਰਦੇ ਆ, ਇੱਥੇ ਤਨਖਾਹਾਂ ਦੇਣ ਨੂੰ ਪੈਸੇ ਹੈ ਨਹੀਂ ਗੇ ਤੇ ਸਰਕਾਰ ਕਹਿੰਦੀ ਬਜਟ ਘਾਟੇ ਦੇ ਵਿੱਚ ਹੈ ਤੇ ਸਿਰ ਦੇ ਉੱਤੇ ਕਰਜ਼ੇ ਦੀ ਪੰਡ ਵਧੀ ਜਾਂਦੀ ਹੈ। ਜੇ ਅਸੀਂ ਕੇਂਦਰ ਦੀ ਗੱਲ ਕਰਦੇ ਹਾਂ, ਉਹਦੇ ਕੋਲੇ ਚੰਗੀਆਂ ਸਕੀਮਾਂ ਲਿਆਉਣ ਦੇ ਲਈ ਪੈਸੇ ਹੈ ਨਹੀਂ ਗੇ, ਉਹ ਜਾਇਦਾਦਾਂ ਵੇਚਣ ਦੇ ਉੱਤੇ ਤੁਲੀ ਹੋਈ ਹੈ। ਤੇ ਜੇਕਰ ਜਾਇਦਾਦਾਂ ਵੇਚ ਕੇ ਅਸੀਂ ਕਲਿਆਣਕਾਰੀ ਯੋਜਨਾਵਾਂ ਚਲਾਉਣੀਆਂ ਤਾਂ ਇਹ ਕਿੰਨੀ ਦੇਰ ਤੱਕ ਚੱਲਣਗੀਆਂ? ਉਹ ਜਾਇਦਾਦਾਂ ਵਾਰ-ਵਾਰ ਤਾਂ ਉਹ ਫਿਰ ਨਹੀਂ ਵੇਚੀਆਂ ਜਾਣਗੀਆਂ, ਵੇਚੀਆਂ ਤਾਂ ਇੱਕ ਵਾਰੀ ਜਾਣਗੀਆਂ। ਅੱਜ ਵੇਚਤੀਆਂ 100 ਕੱਲ੍ਹ ਨੂੰ ਵੇਚ ਦਿਆਂਗੇ, 100 ਪਰਸੋਂ ਵੇਚ ਦਿਆਂਗੇ 100, ਤੇ ਹੈ ਕੁੱਲ ਕਿੰਨੀਆਂ ਕੁ ਜਾਇਦਾਦਾਂ? ਇਸ ਕਰਕੇ ਇਸ ਗੱਲ ਦੇ ਵੱਲ ਖਿਆਲ ਕਰਨਾ ਚਾਹੀਦਾ ਕਿ ਉਹ ਕਿਹੜੇ ਕਾਰਨ ਆ, ਉਹ ਕਿਹੜੀਆਂ ਚੋਰ ਮੋਰੀਆਂ ਜਿਹਦੇ ਕਰਕੇ ਲੋਕਾਂ ਦੇ ਉੱਤੇ ਇੰਨੇ ਟੈਕਸ ਵੀ ਲੱਗੇ ਆ, ਪਰ ਇਸ ਦੇ ਬਾਵਜੂਦ ਉਹ ਵਿਚਾਰੇ ਪਿਸ ਰਹੇ ਆ, ਉਹਨਾਂ ਨੂੰ ਸਹੀ ਸਹੂਲਤਾਂ ਨਹੀਂ ਮਿਲਦੀਆਂ। ਕਦੇ ਮੈਂ ਸੋਚਦਾ ਇਸ ਗੱਲ ਨੂੰ ਕਿ ਸਵੇਰ ਦੇ ਵੇਲੇ ਅਸੀਂ ਉੱਠਦੇ ਹਾਂ, ਪਹਿਲਾਂ ਬੁਰਸ਼ ਕਰਦੇ ਹਾਂ, ਬੁਰਸ਼ ਦੇ ਉੱਤੇ ਵੀ ਟੈਕਸ ਲੱਗਾ, ਪੇਸਟ ਦੇ ਉੱਤੇ ਵੀ ਟੈਕਸ ਲੱਗਾ। ਜਿਹੜਾ ਅਸੀਂ ਘਰ ਦੇ ਵਿੱਚ ਪਾਣੀ ਵਰਤਦੇ ਹਾਂ ਉਹਦਾ ਵੀ ਅਸੀਂ ਬਿੱਲ ਦਿੰਦੇ ਹਾਂ। ਉਸ ਤੋਂ ਬਾਅਦ ਅਸੀਂ ਰੋਟੀ ਪਾਣੀ ਛਕਦੇ ਹਾਂ, ਦਾਲ ਦੇ ਉੱਤੇ ਵੀ ਟੈਕਸ ਲੱਗਾ, ਖੰਡ ਦੇ ਉੱਤੇ ਵੀ ਟੈਕਸ ਲੱਗਾ, ਚਾਹ ਪੱਤੀ ਦੇ ਉੱਤੇ ਵੀ ਟੈਕਸ ਲੱਗਾ, ਆਟੇ ਨੂੰ ਜੇਕਰ ਬਾਜ਼ਾਰੋਂ ਲੈਂਦੇ ਹਾਂ ਆਟੇ ਦੇ ਉੱਤੇ ਵੀ ਟੈਕਸ ਲੱਗਾ।
ਫਿਰ ਅਸੀਂ ਨਹਾਉਣ ਧੋਣ ਦੇ ਲਈ ਸਾਬਣ ਦੀ ਵਰਤੋਂ ਕਰਦੇ ਆ, ਤੇਲ ਦੀ ਵਰਤੋਂ ਕਰਦੇ ਆ, ਉਹਦੇ ਉੱਤੇ ਵੀ ਟੈਕਸ ਲੱਗਾ। ਉਸ ਤੋਂ ਬਾਅਦ ਅਸੀਂ ਲੀੜੇ ਲੱਤੇ ਦੀ ਵਰਤੋਂ ਕਰਦੇ ਆ, ਉਹਨਾਂ ਲੀੜਿਆਂ ਦੇ ਉੱਤੇ ਵੀ ਟੈਕਸ ਲੱਗਾ। ਫਿਰ ਅਸੀਂ ਮੋਟਰਸਾਈਕਲ, ਕਾਰ ਜਾਂ ਬੱਸ ਦੇ ਰਾਹੀਂ ਕਿਸੇ ਵੀ ਚੀਜ਼ ਦੇ ਰਾਹੀਂ ਆਪਣੇ ਦਫ਼ਤਰ ਵੱਲ ਜਾਂਦੇ ਆ ਤਾਂ ਉਸ ਤੇਲ ਦੇ ਉੱਤੇ ਟੈਕਸ ਲੱਗਾ। ਰੋਡ ਟੈਕਸ ਵੱਖਰਾ ਦਿੰਦੇ ਆ। ਰਾਤ ਦੇ ਵੇਲੇ ਸੌਣ ਤੱਕ ਅਸੀਂ ਟੈਕਸ ਹੀ ਦੇਈ ਜਾਂਦੇ ਆ ਤੇ ਇਸ ਦੇ ਬਾਵਜੂਦ ਦੇਸ਼ ਦੀਆਂ ਜਾਇਦਾਦਾਂ ਵੇਚਣੀਆਂ ਪੈਂਦੀਆਂ। ਇਹਦੇ ਪਿੱਛੇ ਕਾਰਨ ਕੀ ਆ? ਸੋਚਣਾ ਵਿਚਾਰਨਾ ਇਸ ਕਾਰਨ ਦੇ ਬਾਰੇ ਬਣਦਾ ਵੀ ਦੇਸ਼ ਦੇ ਵਿੱਚ ਕਿੰਨੀ ਕੁ ਦੇਰ ਤੱਕ ਹੋਰ ਟੈਕਸ ਲੱਗਣਗੇ। ਉੱਤੋਂ ਅਸੀਂ ਆਮਦਨ ਕਰ ਵੀ ਦਿੰਦੇ ਆ। ਉਸ ਤੋਂ ਪਹਿਲਾਂ ਅਸੀਂ ਵੱਖ-ਵੱਖ ਚੀਜ਼ਾਂ ਦੇ ਉੱਤੇ ਜਿਹੜਾ ਟੈਕਸ ਲਾਇਆ ਗਿਆ ਉਹਦਾ ਵੀ ਭੁਗਤਾਨ ਕਰਦੇ ਆ। ਇੱਕ ਵਾਰ ਅਸੀਂ ਗੱਡੀ ਖਰੀਦਣ ਦੇ ਵੇਲੇ ਟੈਕਸ ਦਿੰਦੇ ਆ, ਬਾਅਦ ਦੇ ਵਿੱਚ ਅਸੀਂ ਰੋਡ ਟੈਕਸ ਦਿੰਦੇ ਆ। ਸੋ ਲੋਕਾਂ ਦਾ ਕਸੂਰ ਕੀ ਆ? ਸਵਾਲਾਂ ਦਾ ਸਵਾਲ ਇਹ ਆ। ਸੋ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਦਾ ਇਹ ਕਹਿਣਾ ਕਿ ਦੇਖੋ ਜੀ, ਸਰਕਾਰਾਂ ਤਾਂ ਬਿਜ਼ਨਸ ਕਰਨ ਵਾਸਤੇ ਹੁੰਦੀਆਂ ਹੀ ਨਹੀਂ ਤੇ ਸਰਕਾਰਾਂ ਦਾ ਕੰਮ ਸਿਰਫ ਤੇ ਸਿਰਫ ਲੋਕ ਪੱਖੀ ਗੱਲਾਂ ਸੋਚਣਾ। ਲੋਕ ਪੱਖੀ ਗੱਲਾਂ ਪੈਸੇ ਨਾਲ ਸੋਚੀਆਂ ਜਾਣਗੀਆਂ। ਇੱਕ ਵਾਰ ਅਸੀਂ ਜਾਇਦਾਦਾਂ ਵੇਚਤੀਆਂ ਤੇ ਕਿੰਨੀ ਕੁ ਵਾਰ ਵੇਚਾਂਗੇ ਤੇ ਅਗਲੀ ਵਾਰ ਕੀ ਵੇਚਾਂਗੇ ਅਸੀਂ ਤੇ ਫਿਰ ਕਿਵੇਂ ਲੋਕ ਪੱਖੀ ਗੱਲ ਕਰਾਂਗੇ? ਸੋ ਇਸ ਵਕਤ ਜ਼ਰੂਰਤ ਇਸ ਗੱਲ ਦੀ ਆ ਕਿ ਨੀਤੀਆਂ ਸਹੀ ਕੀਤੀਆਂ ਜਾਣ, ਧਰਮ ਵਿਸ਼ੇਸ਼ ਦੀ ਗੱਲ ਬਿਲਕੁਲ ਨਾ ਕੀਤੀ ਜਾਵੇ ਤੇ ਕਾਗਜ਼ੀ ਗੱਲਾਂ ਨਾ ਕੀਤੀਆਂ ਜਾਣ ਤੇ ਹਵਾਈ ਜਿਹੜੀਆਂ ਗੱਲਾਂ ਉਹ ਕਰਨੀਆਂ ਬੰਦ ਕਰਕੇ ਤੇ ਪ੍ਰੈਕਟੀਕਲ ਤੌਰ ਦੇ ਉੱਤੇ ਕੰਮ ਕੀਤਾ ਜਾਵੇ। ਸਮੇਂ ਦੀ ਸਭ ਤੋਂ ਵੱਡੀ ਜ਼ਰੂਰਤ ਹੈ ਤੇ ਜਿਹੜੀ ਵੀ ਪਾਰਟੀ ਇਹ ਗੱਲ ਕਰੂਗੀ ਲੋਕ ਉਹਦੇ ਰਿਣੀ ਹੋਣਗੇ। ਪੱਛਮੀ ਬੰਗਾਲ ਦੇ ਵਿੱਚ ਇੰਨੇ ਕੁ ਵੱਡੇ ਪੱਧਰ ਦੇ ਉੱਤੇ ਇਸ ਵਕਤ ਚੋਣ ਸੰਗਰਾਮ ਛਿੜਿਆ ਹੋਇਆ ਵੀ ਪੁੱਛੋ ਕੁਛ ਨਾ। ਆਪਾਂ ਜਾਣਦੇ ਹਾਂ ਕਿ ਨੰਦੀਗ੍ਰਾਮ ਦੇ ਵਿੱਚ ਮਮਤਾ ਬੈਨਰਜੀ ਦੇ ਉੱਤੇ ਹਮਲਾ ਹੋਇਆ। ਹਾਲਾਂਕਿ ਬੀਜੇਪੀ ਦੇ ਵੱਲੋਂ ਮਜ਼ਾਕ ਉਡਾਇਆ ਜਾ ਰਿਹਾ ਕਿ ਇਹ ਕੋਈ ਹਮਲਾ ਥੋੜ੍ਹੀ ਆ, ਇਹ ਤਾਂ ਡਰਾਮਾ ਕੀਤਾ ਜਾ ਰਿਹਾ। ਮੈਂ ਹੈਰਾਨ ਹਾਂ ਇਸ ਗੱਲ ਦੇ ਉੱਤੇ ਕਿ ਹਰਿਆਣੇ ਦੇ ਜਿਹੜੇ ਕੈਬਨਿਟ ਮੰਤਰੀ ਆ ਅਨਿਲ ਵਿਜ, ਉਹਨਾਂ ਨੇ ਇੱਕ ਵੱਖਰੀ ਟਿੱਪਣੀ ਕੀਤੀ ਆ। ਉਹ ਕਹਿੰਦੇ ਜੀ ਕਿ ਇਸ ਵਕਤ ਮਮਤਾ ਬੈਨਰਜੀ ਤਾਂ ਰਾਕੇਸ਼ ਟਕੈਤ ਬਣਨ ਦੀ ਕੋਸ਼ਿਸ਼ ਕਰ ਰਹੀ ਹੈ। ਰਾਕੇਸ਼ ਟਕੈਤ ਨੇ 4 ਅੱਖਾਂ ਦੇ ਵਿੱਚੋਂ ਅਥਰੂ ਸੁੱਟ ਕੇ, ਹੰਝੂ ਸੁੱਟ ਕੇ ਤੇ ਲੋਕਾਂ ਨੂੰ ਭਾਵਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਹੋਏ ਨਹੀਂ। ਉਹਨਾਂ ਦੀ ਨਜ਼ਰ ਦੇ ਵਿੱਚ ਹਾਲੇ ਲੋਕ ਹੋਏ ਨਹੀਂ ਭਾਵਕ। ਉਸੇ ਤਰੀਕੇ ਨਾਲ ਮਮਤਾ ਬੈਨਰਜੀ ਆਪਦੇ ਪੈਰ ਦੇ ਉੱਤੇ ਸੱਟ ਵੱਜ ਗਈ, ਮੇਰੇ ਉੱਤੇ ਹਮਲਾ ਕੀਤਾ, ਇੱਦਾਂ ਲੋਕਾਂ ਨੂੰ ਭਾਵਕ ਕਰਨ ਦੀ ਕੋਸ਼ਿਸ਼ ਕਰ ਰਹੇ, ਯਾਨੀ ਕਿ ਰਾਕੇਸ਼ ਟਕੈਤ ਦੀਆਂ ਨਕਲਾਂ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੇ ਆਪਾਂ ਇਹ ਵੀ ਜਾਣਦੇ ਕਿ ਅਨਿਲ ਵਿਜ ਹੋਰਾਂ ਨੇ ਬਹੁਤ ਘੱਟ ਬਿਆਨ ਅੱਜ ਤੱਕ ਇਹੋ ਜਿਹੇ ਦਿੱਤੇ ਆ ਜਿਹੜੇ ਕਿਸੇ ਨੂੰ ਚੰਗੇ ਲੱਗੇ ਹੋਣ। ਉਹ ਅਵੱਲੀ ਗੱਲ ਕੱਢ ਮਾਰਦੇ ਹੁੰਦੇ ਆ ਤੇ ਉਹਨਾਂ ਦੀਆਂ ਇਹਨਾਂ ਗੱਲਾਂ ਦੇ ਕਰਕੇ ਕਈ ਵਾਰ ਸੋਸ਼ਲ ਮੀਡੀਆ ਦੇ ਉੱਤੇ ਵਿਰੋਧ ਵੀ ਹੁੰਦਾ ਤੇ ਕਈ ਵਾਰ ਉਹਨਾਂ ਦੀ ਕੈਬਨਿਟ ਦੇ ਵਿੱਚ ਕਈ ਤਰ੍ਹਾਂ ਦੀ ਘੁਸਰ ਮੁਸਰ ਵੀ ਹੁੰਦੀ ਹੈ। ਹੁਣ ਉਹਨਾਂ ਨੇ ਆਪਣੀ ਗੱਲ ਚਲੋ ਕਹਿਤੀ ਹੈ, ਪਰ ਪਤਾ ਲੱਗਾ ਕਿ ਮਮਤਾ ਬੈਨਰਜੀ ਹੋਰਾਂ ਨੇ ਇੱਕ ਵੀਡੀਓ ਦੇ ਰਾਹੀਂ ਵੋਟਰਾਂ ਨੂੰ ਸੁਨੇਹਾ ਦਿੱਤਾ ਕਿ ਮੈਂ ਵੀਲ ਚੇਅਰ ਦੇ ਉੱਤੇ ਇਸ ਵਕਤ ਚੋਣਾਂ ਦਾ ਪ੍ਰਚਾਰ ਕਰੂੰਗੀ। ਇਸ ਵਕਤ ਹਸਪਤਾਲ ਦੇ ਵਿੱਚ ਮਮਤਾ ਬੈਨਰਜੀ ਭਰਤੀ ਹੈ। ਪਤਾ ਲੱਗਾ ਉਹਨਾਂ ਦੇ ਪੈਰ ਦੇ ਉੱਤੇ ਸੱਟ ਲੱਗੀ ਹੈ। ਉਹਨਾਂ ਨੇ ਕਿਹਾ ਜੀ ਕਿ ਚੋਣਾਂ ਦੇ ਵਿੱਚ ਜਿੱਤ ਹਾਸਲ ਕਰਨੀ ਹੈ ਹਰ ਹੀਲੇ ਤੇ ਹਰ ਹਾਲਤ ਦੇ ਵਿੱਚ, ਕਿਉਂਕਿ ਇਸ ਵਕਤ ਦੇਸ਼ ਉਸ ਮੋੜ ਦੇ ਉੱਤੇ ਆਣ ਖੜਾ ਜਿੱਥੇ ਕਿ ਲੋਕਾਂ ਦਾ ਸੁਜੱਗ ਹੋ ਕੇ ਸਹੀ ਬੰਦੇ ਨੂੰ ਵੋਟਾਂ ਪਾਉਣਾ ਜ਼ਰੂਰੀ ਹੈ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਬਾਅਦ ਵਿੱਚ ਕਰਾਂਗੇ ਟਿੱਪਣੀ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਉੱਤੇ ਹੋਏ ਬੁੱਧਵਾਰ ਨੂੰ ਕਥਿਤ ਹਮਲੇ ਦੇ ਖਿਲਾਫ ਉਹਨਾਂ ਦੀ ਪਾਰਟੀ ਤ੍ਰਿਣਮੂਲ ਕਾਂਗਰਸ ਵਿਰੋਧ ਪ੍ਰਦਰਸ਼ਨ ਕਰੇਗੀ। ਮਮਤਾ ਬੈਨਰਜੀ ਨੂੰ SSKM ਹਸਪਤਾਲ ਦੀ ਦੂਜੀ ਮੰਜ਼ਲ ਦੇ ਵਿੱਚ ਸ਼ਿਫਟ ਕੀਤਾ ਗਿਆ। ਉੱਥੇ ਉਹਨਾਂ ਦੇ ਕੁਝ ਮੈਡੀਕਲ ਟੈਸਟ ਕੀਤੇ ਗਏ ਨੇ। ਮਮਤਾ ਸਰਕਾਰ ਦੇ ਵਿੱਚ ਮੰਤਰੀ ਪਾਰਥ ਚੈਟਰਜੀ ਨੇ ਕਿਹਾ ਕਿ ਸ਼ੁੱਕਰਵਾਰ ਦੁਪਹਿਰੇ 3 ਤੋਂ ਲੈ ਕੇ 5 ਵਜੇ ਤੱਕ ਨੰਦੀਗ੍ਰਾਮ ਦੇ ਵਿੱਚ ਹੋਈ ਘਟਨਾ ਦੇ ਵਿਰੋਧ ਦੇ ਵਿੱਚ ਅਸੀਂ ਕਾਲੇ ਝੰਡੇ ਚੁੱਕਾਂਗੇ ਤੇ ਕਾਲੇ ਕੱਪੜਿਆਂ ਨਾਲ ਮੂੰਹ ਬੰਨ੍ਹ ਕੇ ਮੌਨ ਵਿਰੋਧ ਕਰਾਂਗੇ। ਉਧਰ ਬੰਗਾਲ ਦੇ ਭਾਜਪਾ ਨੇਤਾ ਸਤਿਆਪਾਲ ਸਿੰਘ ਨੇ ਕਿਹਾ ਕਿ ਮਮਤਾ ਬੈਨਰਜੀ ਦੇ ਮਾਮਲੇ ਦੀ ਪੁਲਿਸ ਜਾਂਚ ਕਰ ਰਹੀ ਹੈ। ਜੇ ਉਹਨਾਂ ਨੂੰ ਆਪਣੀ ਪੁਲਿਸ ਦੇ ਉੱਤੇ ਯਕੀਨ ਨਹੀਂ ਤਾਂ ਇਹ ਮਾਮਲਾ CBI ਨੂੰ ਵੀ ਸੌਂਪਿਆ ਜਾ ਸਕਦਾ ਹੈ। ਇਸੇ ਦਰਮਿਆਨ ਮਮਤਾ ਨੇ ਹਸਪਤਾਲ ਦੇ ਵਿੱਚੋਂ ਹੀ ਆਪਣੇ ਸਮਰਥਕਾਂ ਦੇ ਲਈ ਇੱਕ ਵੀਡੀਓ ਜਾਰੀ ਕੀਤੀ। ਉਹਨਾਂ ਨੇ ਕਿਹਾ ਕਿ ਹਮਲੇ ਦੇ ਵਿੱਚ ਉਹਨਾਂ ਦੇ ਕਾਫੀ ਸੱਟਾਂ ਲੱਗੀਆਂ ਨੇ, ਉਹਨਾਂ ਦੇ ਹੱਥ ਤੇ ਪੈਰ ਦੇ ਵਿੱਚ ਕਾਫੀ ਪੀੜ ਹੋ ਰਹੀ ਹੈ। ਉਹ 2-3 ਦਿਨਾਂ ਦੇ ਵਿੱਚ ਬਾਹਰ ਆ ਜਾਣਗੇ ਤੇ ਵੀਲ ਚੇਅਰ ਦੇ ਜ਼ਰੀਏ ਚੋਣ ਪ੍ਰਚਾਰ ਕਰਨਗੇ। ਉਹਨਾਂ ਨੇ ਪਾਰਟੀ ਦੇ ਸਮਰਥਕਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ ਹੈ। ਦੂਜੇ ਪਾਸੇ ਤ੍ਰਿਣਮੂਲ ਕਾਂਗਰਸ ਦੇ ਨੇਤਾਵਾਂ ਨੇ ਚੋਣ ਕਮਿਸ਼ਨ ਦੇ ਕੋਲੇ ਸ਼ਿਕਾਇਤ ਵੀ ਕਰ ਦਿੱਤੀ ਹੈ। ਇਸ ਖਬਰ ਦੇ ਉੱਤੇ ਟਿੱਪਣੀ ਕਰਦਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਚੋਣ ਕਮਿਸ਼ਨ ਦੇ ਕੋਲੇ ਬਹੁਤ ਸਾਰੀਆਂ ਸ਼ਿਕਾਇਤਾਂ ਜਾਂਦੀਆਂ ਪਰ ਕਦੇ ਕਿਸੇ ਸ਼ਿਕਾਇਤ ਦੇ ਉੱਤੇ ਢੁਕਵਾਂ ਐਕਸ਼ਨ ਨਹੀਂ ਲਿਆ ਗਿਆ। ਆਪਾਂ ਜਾਣਦੇ ਹਾਂ ਭਾਵੇਂ ਕਿਸੇ ਸੂਬੇ ਦੇ ਵਿੱਚ ਚੋਣਾਂ ਹੋਣੀਆਂ ਹੋਣ ਵਿਧਾਨ ਸਭਾ ਦੀਆਂ ਤੇ ਭਾਵੇਂ ਲੋਕ ਸਭਾ ਦੀਆਂ ਹੋਣੀਆਂ ਹੋਣ, ਸ਼ਿਕਾਇਤਾਂ ਦੇ ਢੇਰ ਲੱਗ ਜਾਂਦੇ ਆ ਪਰ ਉਹਨਾਂ ਸ਼ਿਕਾਇਤਾਂ ਦੇ ਉੱਤੇ ਮਿੱਟੀ ਪੈਂਦੀ ਰਹਿੰਦੀ ਹੈ ਪਰ ਉਹਦੇ 'ਤੇ ਕੋਈ ਕਾਰਵਾਈ ਨਹੀਂ ਹੋਈ, ਹੁਣ ਵੀ ਨਹੀਂ ਹੋਣੀ, ਇਹ ਗੱਲ ਪੱਕੀ ਹੈ। ਉਸ ਤੋਂ ਅਗਲੀ ਗੱਲ ਇਹ ਹੈ ਕਿ ਮਮਤਾ ਬੈਨਰਜੀ ਤੇ ਇਸ ਵਕਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਕਾਰ ਸਿੱਧਾ ਤੇ ਤਿੱਖਾ ਮੁਕਾਬਲਾ ਚੱਲ ਰਿਹਾ। ਮੋਦੀ ਸਾਹਿਬ ਇਹ ਗੱਲ ਕਹਿੰਦੇ ਆ ਜੀ ਕਿ ਐਤਕੀ ਅਸੀਂ ਜਿੱਤ ਲਾਂਗੇ ਤੇ ਅਸੀਂ ਇੱਥੇ ਕਮਾਲ ਕਰ ਦਿਆਂਗੇ, ਬਹੁਤ ਕਮਾਲ ਹੋਊਗੀ ਕਿਉਂਕਿ ਅਸੀਂ ਚਾਹੁੰਦੇ ਹਾਂ ਜੀ ਕਿ ਵਿਕਾਸ ਹੋਵੇ। ਪਰ ਜਦੋਂ ਵਿਕਾਸ ਦੀ ਗੱਲ ਕਰਦੇ ਮੇਰੇ ਮਨ ਦੇ ਵਿੱਚ ਸਵਾਲ ਆਉਂਦਾ ਕਿ ਜੀ ਸਾਰੇ ਭਾਰਤ ਦੇ ਵਿੱਚ ਤਾਂ ਸਰਕਾਰ ਕੇਂਦਰ ਦੀ ਹੈ ਕਿਉਂਕਿ ਕੇਂਦਰ ਦੇ ਵਿੱਚ ਸਰਕਾਰ ਭਾਰਤ ਦੀ ਹੈ ਤੇ ਮੋਦੀ ਸਾਹਿਬ ਸਾਰੇ ਭਾਰਤ ਦੇ ਪ੍ਰਧਾਨ ਮੰਤਰੀ ਨੇ, ਨਾ ਕਿ ਉਹ ਉਹਨਾਂ ਸੂਬਿਆਂ ਦੀ ਪ੍ਰਧਾਨ ਮੰਤਰੀ ਹੈ ਜਿੱਥੇ ਕਿ BJP ਦੀ ਸਰਕਾਰ ਹੈ। ਉਹ ਪੱਛਮੀ ਬੰਗਾਲ ਦੇ ਵੀ ਪ੍ਰਧਾਨ ਮੰਤਰੀ ਆ, ਉਹ ਪੰਜਾਬ ਦੇ ਵੀ ਪ੍ਰਧਾਨ ਮੰਤਰੀ ਆ, ਉਹ ਪੁਡੂਚੇਰੀ ਦੇ ਵੀ ਪ੍ਰਧਾਨ ਮੰਤਰੀ ਰਹੇ ਆ, ਹੁਣ ਵੀ ਹੈਗੇ ਆ। ਪਰ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਜਾਂਦੀ ਹੈ ਕਿ ਜੇਕਰ ਇਹ ਸੂਬਾ ਜਿੱਤ ਲਿਆ ਇਹਦਾ ਵਿਕਾਸ ਬਹੁਤ ਕਰਾਂਗੇ। ਮਤਲਬ ਇਹ ਹੈ ਵੀ ਉਹ ਵਿਕਾਸ ਕਰਨਗੇ ਤਾਂ ਜੇਕਰ ਜਿਹੜੇ ਸੂਬੇ ਰਹਿੰਦੇ ਆ ਉਹ ਵੀ ਜਿੱਤੇ ਜਾਣ।
ਤੇ ਜਿਹੜੇ ਜਿਹੜੇ ਸੂਬਿਆਂ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ ਉੱਥੇ ਵਿਕਾਸ ਦੀਆਂ ਲਹਿਰਾਂ ਬਹਿਰਾਂ ਦੇ ਬਾਰੇ ਉੱਥੋਂ ਦੇ ਲੋਕ ਦੱਸ ਦਿੰਦੇ ਆ। ਸੋ ਸਾਨੂੰ ਇਸ ਗੱਲ ਦੇ ਉੱਤੇ ਕੋਈ ਇਤਰਾਜ਼ ਨਹੀਂ ਕਿਹੜੀ ਪਾਰਟੀ ਨੇ ਜਿੱਤਣਾ ਕਿਹੜੀ ਨੇ ਹਾਰਨਾ, ਪਰ ਇਹ ਲੋਕਾਂ ਦੇ ਉੱਤੇ ਜ਼ਿੰਮਾ ਪਿਆ ਹੋਇਆ। ਲੋਕਾਂ ਨੇ ਆਪਣੇ ਵੋਟ ਅਧਿਕਾਰ ਦੀ ਵਰਤੋਂ ਕਿਵੇਂ ਕਰਨੀ ਉਹਨਾਂ ਦੀ ਮਰਜ਼ੀ ਹੈ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਦੇ ਉੱਤੇ 10 ਸਾਲ ਦੇ ਵਿੱਚ ਕੀਤੇ ਗਏ ਕਾਰਜਕਾਲ ਦੇ ਕਰਕੇ ਕਈ ਸਵਾਲ ਵੀ ਉੱਠੇ ਆ। ਜਿੱਥੇ 10 ਸਾਲ ਦੀ ਕੋਈ ਸਰਕਾਰ ਹੋਵੇ ਉੱਥੇ ਆਪਾਂ ਜਾਣਦੇ ਹਾਂ ਕਿ ਲੋਕਾਂ ਦੇ ਮਨ ਦੇ ਵਿੱਚ ਕੁਝ ਕੁ ਵਿਰੋਧ ਵੀ ਹੁੰਦੇ ਆ। ਸੋ ਦੇਖਾਂਗੇ 2 ਮਈ ਨੂੰ ਨਤੀਜੇ ਦੱਸਣਗੇ ਕਿ ਕਿਹੜੀ ਪਾਰਟੀ ਨੂੰ ਅਸਲ ਅਰਥਾਂ ਦੇ ਵਿੱਚ ਜਿੱਤ ਮਿਲਦੀ ਹੈ ਤੇ ਕਿਹੜੀ ਪਾਰਟੀ ਦੀ ਪਿੱਠ ਲੱਗਦੀ ਹੈ। ਖਬਰਾਂ ਦੋਸਤੋ ਕਈ ਹੋਰ ਵੀ ਸਨ, ਪਰ ਜੋ ਵਕਤ ਦੀ ਘਾਟ ਹੈ ਇਹ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ। ਬਹੁਤ ਬਹੁਤ ਮਿਹਰਬਾਨੀ।